हाँ जी, नैक्सट टॉपिक आप स्टार्ट करते हैं दैट इज ओजोन। ओजोन ਤੁਸੀਂ ਬਚਪਨ ਤੋਂ ਹੀ ਪੜ੍ਹਦੇ ਆਏ ਛੋਟੀਆਂ ਕਲਾਸਿਸ ਦੇ ਵਿੱਚ ਹੈ ਨਾ ਕਿ ਓਜੋਨ ਦਾ ਜੋ ਫਾਰਮੂਲਾ ਹੈ दैट इज O3 ਤੇ ਜੋ ਅਰਥ ਦਾ ਐਟਮੋਸਫੀਅਰ ਹੈ ਉਸ ਤੋਂ ਨੀਅਰਲੀ 20 ਕਿਲੋਮੀਟਰ ਅਬਵ ਜੋ ਹੈ ਓਜੋਨ ਦੀ ਇੱਕ ਲੇਅਰ ਹੈ ਜੋ ਕਿ ਸਨ ਤੋਂ ਆਉਣ ਵਾਲੀਆਂ ਹਾਰਮਫੁਲ ਯੂਵੀ ਰੇਜ਼ ਤੋਂ ਆਪਾਂ ਨੂੰ ਪ੍ਰੋਟੈਕਟ ਕਰਦੀ ਹੈ ਨਾ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਇਹ ਓਜੋਨ ਜੋ ਹੈ ਉਹ ਬਣਦੀ ਕਿਵੇਂ ਹੈ। ਤਾਂ ਦੇਖੋ ਓਜੋਨ ਜੋ ਹੈ ਨੈਚੁਰਲੀ ਕਿਸ ਤਰੀਕੇ ਨਾਲ ਬਣਦੀ ਹੈ ਕਿ ਜੋ ਐਟਮੋਸਫੀਅਰ ਦੇ ਵਿੱਚ ਆਕਸੀਜਨ ਹੈ ਉਸਦੇ ਮੋਲੀਕਿਊਲਸ ਯੂਵੀ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਇੰਟਰ ਕਨਵਰਟ ਹੁੰਦੇ ਆ ਟੂ ਫਾਰਮ ਓਜੋਨ। ਠੀਕ ਹੈ, ਤਾਂ ਉਹ ਜੋ ਆਕਸੀਜਨ ਦਾ ਜੋ ਮੋਲੀਕਿਊਲਸ ਹੈ 3 ਮੋਲਸ ਆਫ O2 ਜੋ ਹੈ ਉਹ ਕਨਵਰਟ ਹੋ ਜਾਂਦੇ ਆ 2 ਮੋਲਸ ਆਫ O3 ਦੇ ਵਿੱਚ। ਤਾਂ ਇਹ ਸਾਰੀ ਜੋ ਪ੍ਰੋਸੈਸ ਹੈ ਇਹ ਇੱਕ ਐਂਡੋਥਰਮਿਕ ਪ੍ਰੋਸੈਸ ਹੈ, ਇਸ ਦੇ ਵਿੱਚ ਬਹੁਤ ਜ਼ਿਆਦਾ ਹੀਟ ਕੰਜ਼ਿਊਮ ਹੁੰਦੀ ਹੈ। ਕਿੰਨੀ ਹੈ ਐਂਥੈਲਪੀ ਆਫ ਰਿਐਕਸ਼ਨ दैट इज 142.7 किलोजूल पर मोल। ये पॉजिटिव है, पॉजिटिव का मतलब होता है ना कि एनर्जी जो है वो एब्जॉर्ब हो रही है, एंडोथर्मिक प्रोसेस है ना। अगर अपन लैब ਦੇ ਵਿੱਚ ਇਸ ਮੈਥਡ मतलब ओजोन ਆਪਾਂ ਬਣਾਉਣਾ ਚਾਹੁੰਦੇ ਹਾਂ ਤਾਂ ਲੈਬ ਦੇ ਵਿੱਚ ਵੀ ਆਪਾਂ ਓਜ਼ੋਨ ਬਣਾ ਸਕਦੇ ਹਾਂ। ਕੁਝ ਓਜ਼ੋਨਾਈਜ਼ਰਸ ਹੈ ਆਪਣੇ ਕੋਲੇ ਜਿਨ੍ਹਾਂ ਦੇ ਥਰੂ ਆਪਾਂ ਇਹ ਓਜ਼ੋਨ ਜੋ ਹੈ ਲੈਬ 'ਚ ਬਣਾ ਸਕਦੇ ਹਾਂ। ਮੈਥਡ ਬਿਲਕੁਲ ਸੇਮ ਹੈ, 3O2 ਜੋ ਹੈ ਉਹ 2O3 ਦੇ ਵਿੱਚ ਕਨਵਰਟ ਹੋਣਗੇ। ਬਟ ਇਸ ਵਾਰੀ ਆਪਾਂ ਨੂੰ ਜੋ ਇੱਕ ਇਨਸਟਰੂਮੈਂਟ ਲੈਣਾ ਪੈ ਰਿਹਾ दैट इज द साइलेंट इलेक्ट्रिक डिस्चार्ज। ਤਾਂ ਜੋ ਵੀ ਓਜ਼ੋਨਾਈਜ਼ਰ ਹੋਏਗਾ ਉਸ ਦੇ ਵਿੱਚ ਇੱਕ ਸਾਇਲੈਂਟ ਇਲੈਕਟ੍ਰਿਕ ਡਿਸਚਾਰਜ ਜੋ ਹੈ ਉਹ ਹੋਣਾ ਚਾਹੀਦਾ ਹੈ। ਤਾਂ ਹੁਣ ਦੇਖੋ ਇੱਥੇ ਵਰਡ ਦਾ ਬਹੁਤ ਮੀਨਿੰਗ ਹੈ ਸਾਇਲੈਂਟ। ਸਾਇਲੈਂਟ ਜੋ ਹੈ ਉਹ ਬਹੁਤ ਇੰਪੋਰਟੈਂਟ ਵਰਡ ਹੈ। ਸਾਇਲੈਂਟ ਦਾ ਮਤਲਬ ਕੀ ਹੈ ਵੀ ਜੋ ਤੁਸੀਂ ਓਜ਼ੋਨਾਈਜ਼ਰ ਯੂਜ਼ ਕਰੋਗੇ ਉਸ ਦੇ ਵਿੱਚ ਬਿਲਕੁਲ ਵੀ ਸਪਾਰਕ ਨਹੀਂ ਹੋਣੀ ਚਾਹੀਦੀ। ਅਗਰ ਤੁਸੀਂ ਜੋ ਇਸ ਤਰ੍ਹਾਂ ਦਾ ਇੰਸਟਰੂਮੈਂਟ ਲੈ ਰਹੇ ਹੋ ਜਿਸ 'ਚ ਸਪਾਰਕ ਪ੍ਰੋਡਿਊਸ ਹੋ ਰਹੀ ਹੈ, ਸਪਾਰਕ ਪ੍ਰੋਡਿਊਸ ਹੋਏਗੀ ਤਾਂ ਇਹਦਾ ਮਤਲਬ ਕੀ ਹੈ ਹੀਟ ਰਿਲੀਜ਼ ਹੋਏਗੀ है ना। अगर हीट रिलीज होएगी तो जो ਤੁਹਾਡਾ इंस्ट्रूमेंट है वो गर्म हो जाएगा। अगर गर्म हो जाएगा तो उस टेंपरेचर ਨੂੰ यूज करके जो ओजोन ਦੇ ਮੋਲੀਕਿਊਲਸ ਨੇ ਉਹ ਵਾਪਸ ਕਿਸ ਦੇ ਵਿੱਚ ਕਨਵਰਟ ਹੋ ਜਾਣਗੇ ਆਕਸੀਜਨ ਦੇ ਵਿੱਚ। ਤਾਂ ਬਿਹਤਰੀ ਇਹੀ ਹੈ ਕਿ ਅਗਰ ਆਪਾਂ ਓਜ਼ੋਨ ਬਣਾਉਣਾ ਚਾਹੁੰਦੇ ਹਾਂ ਸਹੀ ਤਰੀਕੇ ਨਾਲ ਤਾਂ ਸਾਇਲੈਂਟ ਇਲੈਕਟ੍ਰਿਕ ਡਿਸਚਾਰਜ ਹੋਣਾ ਚਾਹੀਦਾ ਹੈ, ਨਾਰਮਲ ਇਲੈਕਟ੍ਰਿਕ ਡਿਸਚਾਰਜ ਨਹੀਂ ਹੋਣਾ ਚਾਹੀਦਾ ਹੈ ਨਾ। ਸਾਇਲੈਂਟ ਇਲੈਕਟ੍ਰਿਕ ਡਿਸਚਾਰਜ ਨੂੰ ਸਪਾਰਕਲੈਸ ਇਲੈਕਟ੍ਰਿਕ ਡਿਸਚਾਰਜ ਵੀ ਕਿਹਾ ਜਾਂਦਾ ਹੈ। ਸਪਾਰਕਲੈਸ ਇਲੈਕਟ੍ਰਿਕ डिस्चार्ज, ठीक है। तो स्पार्कलेस मतलब इस बिल्कुल भी स्पार्क प्रोड्यूस नहीं होना चाहिए, बिल्कुल भी हीट रिलीज नहीं होनी चाहिए। हुण है फिजिकल प्रॉपर्टीज। ओजोन दी कुछ फिजिकल प्रॉपर्टीज है, जनरल प्रॉपर्टीज आप देखते हैं की है। सब तो पहली गल है इस कलर जो है इट इज पेल ब्लू, ठीक है, हल्का जा ब्लू कलर है ओजोन का। स्मैल काफी पंजेंट है, हैवियर दैन एयर, एयर नालों इसकी डेंसिटी जो है थोड़ी ज्यादा है। ਸਲਾਈਟਲੀ ਸੋਲੂਬਲ ਇਨ ਵਾਟਰ, ਵਾਟਰ ਦੇ ਵਿੱਚ ਹਲਕੀ ਜਿਹੀ ਸੋਲੂਬਲ ਹੈ ਬਟ ਅਗਰ ਤੁਸੀਂ ਕਿਸੇ ਆਰਗੈਨਿਕ ਸੋਲਵੈਂਟ 'ਚ ਡਿਸੋਲਵ ਕਰੋਗੇ ਤਾਂ ਬੜੀ ਅੱਛੀ ਤਰੀਕੇ ਨਾਲ ਡਿਸੋਲਵ ਹੋ ਜਾਏਗੀ, ਠੀਕ ਹੈ, ਅੱਛੀ ਅਮਾਉਂਟ 'ਚ ਡਿਸੋਲਵ ਹੋ ਜਾਏਗੀ। नेक्स्ट है स्मॉल कंसंट्रेशन ऑफ ओजोन इज हार्मलेस। अगर ओजोन की जो कंसंट्रेशन है वो लो है, लेस देन 100 ppm है, 10 ppm 20 ppm है तो फिर ये बिल्कुल हार्मलेस है, अपन इसका कोई नुकसान नहीं है, ठीक है। बट अगर इसकी कंसंट्रेशन ज्यादा होगी, ग्रेटर देन 100 ppm होगी, फिर ये बहुत ज्यादा हार्मफुल है, फिर अपन हेडेक नोजिया इस तरह की बहुत तरह की प्रॉब्लम्स जो है वो फेस करनी पैणियां। तो इसकी कंसंट्रेशन जो है लो कंसंट्रेशन होगी तो अपन कोई इशू नहीं है। ਹੁਣ ਆਪਾਂ ਪ੍ਰੋਸੀਡ ਕਰਦੇ ਹਾਂ ਕੈਮੀਕਲ ਪ੍ਰੋਪਰਟੀਜ਼ ਤੇ। ਕੈਮੀਕਲ ਪ੍ਰੋਪਰਟੀਜ਼ ਦੀ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਲਿਟਮਸ ਪੇਪਰ ਨਾਲ ਅਗਰ ਇਸ ਨੂੰ ਰਿਐਕਟ ਕਰਾਉਂਦੇ ਆ ਤਾਂ ਲਿਟਮਸ ਪੇਪਰ ਦੇ ਉੱਪਰ ਆਕਸੀਜਨ ਦੀ ਤਰ੍ਹਾਂ ਇਹ ਵੀ ਕੋਈ ਚੇਂਜ ਸ਼ੋ ਨਹੀਂ ਕਰਦਾ। ਇਟ ਮੀਨਸ ਓਜ਼ੋਨ ਵੀ ਜੋ ਹੈ ਉਹ ਇੱਕ ਨਿਊਟਰਲ ਮੋਲੀਕੂਲ ਹੈ। ਆਪਾਂ ਆਕਸੀਜਨ ਦੀਆਂ ਪ੍ਰੋਪਰਟੀਜ਼ ਦੇਖੀਆਂ ਸੀ ਉਹ ਵੀ ਨਿਊਟਰਲ ਸੀ ਤੇ ਇਹ ਵੀ ਨਿਊਟਰਲ ਹੈ, ਠੀਕ ਹੈ। ਡੀਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਓਜ਼ੋਨ ਨੂੰ ਡੀਕੰਪੋਜ਼ ਕਰਨਾ ਬਹੁਤ ਈਜ਼ੀ ਹੈ, ਰੂਮ ਟੈਂਪਰੇਚਰ ਦੇ ਉੱਪਰ ਹੀ ਇਹ ਡੀਕੰਪੋਜ਼ ਹੋ ਸਕਦੀ ਹੈ, ਠੀਕ ਹੈ। ਬਟ ਅਗਰ ਆਪਾਂ ਇਸ ਨੂੰ ਜਲਦੀ ਕਰਨਾ ਚਾਹੁੰਦੇ ਆ, फास्ट हो जाए डिकंपोजिशन तो फिर इसमें हीट करो 475 कैल्विन तक इसमें हीट करो तो डिकंपोज हो जाएगी तो ओजोन जो है वो वापस O2 ਦੇ ਵਿੱਚ ਕਨਵਰਟ ਹੋ ਜਾਏਗੀ, ਠੀਕ ਹੈ। ਤਾਂ ਹੁਣ ਆਪਾਂ ਜਦੋਂ ਪ੍ਰੈਪਰੇਸ਼ਨ ਕਰ ਰਹੇ ਸੀ ਤਾਂ ਕਿਹਾ ਸੀ ਨਾ ਕਿ ਸਾਇਲੈਂਟ ਇਲੈਕਟ੍ਰਿਕ ਡਿਸਚਾਰਜ ਹੋਣਾ ਚਾਹੀਦਾ ਹੈ। मतलब अगर टेम्परेचर जो है वो 475 तक पहुंच गया तो फिर ओजोन बड़ी इजीली डिकंपोज हो जाएगी। इसे करके आप कहते सी भी स्पार्क प्रोड्यूस नहीं होनी चाहिए, जो इंस्ट्रूमेंट है तो गर्म नहीं होना चाहिए, नहीं तो वापस ओजोन ऑक्सीजन च कन्वर्ट हो जाएगी, ठीक है। दूसरी गल है इसकी इंथैल्पी अगर तुम देखो तो वो नेगेटिव है, -285 है, तो इट मीनस कि जो रिएक्शन है वो एक्सोथर्मिक है, ठीक है। इस रिएक्शन अगर तुम होर फास्ट करना चाहते हो तो होर भी फास्ट की जा सकती है। कैटलिस्ट यूज कर सकते हो, प्लैटिनम यूज कर लो या मैंगनीज ऑक्साइड यूज कर लो, ये कैटलिस्ट है, ठीक है। तो यह रिएक्शन होर भी फास्ट कर देंगे, फिर अपन टेंपरेचर 470 तक भी लेके जाने की लोड़ नहीं हैगी, रूम टेंपरेचर से बड़ी आसानी नाल रिएक्शन हो जाएगी, ठीक है। हाँ जी, हम नेक्स्ट प्रॉपर्टी है ऑक्सीडाइजिंग एजेंट। ओजोन एक बहुत अच्छा ऑक्सीडाइजिंग एजेंट है, बहुत ही स्ट्रॉन्ग ऑक्सीडाइजिंग एजेंट है, क्योंकि जो ओजोन का मोलिक्यूल है वो बड़ी इजीली
ਨੇਸੈਂਟ ਆਕਸੀਜਨ ਪ੍ਰੋਡਿਊਸ ਕਰਦਾ ਹੈ ਤੇ ਇਹ ਜਿਹੜੀ ਨੇਸੈਂਟ ਆਕਸੀਜਨ ਨਿਕਲਦੀ ਹੈ ਨਾ, ਇਹ ਕਿਸੇ ਵੀ ਮੋਲੀਕਿਊਲ ਨੂੰ, ਕਿਸੇ ਵੀ ਤਰ੍ਹਾਂ ਦੇ ਕੰਪਾਊਂਡ ਨੂੰ ਆਕਸੀਡਾਈਜ਼ ਕਰ ਸਕਦੀ ਹੈ। ਤਾਂ ਇਸ ਤਰ੍ਹਾਂ ਦੀ ਆਪਾਂ ਬਹੁਤ ਸਾਰੀ ਐਗਜ਼ਾਮਪਲਸ ਕਰਨੀ ਹੈ, ਠੀਕ ਹੈ, ਤੇ ਉਹਨਾਂ ਨੂੰ ਬੈਲੈਂਸ ਵੀ ਕਰਨਾ। ਤਾਂ ਬੜਾ ਹੀ ਇੰਪੋਰਟੈਂਟ ਟੌਪਿਕ ਹੈ ਇਹ। ਤਾਂ ਸਪੋਜ਼ ਕਰੋ ਕਿ ਆਪਣੇ ਕੋਲੇ ਇੱਕ ਲੈਡ ਸਲਫਾਈਡ ਦਾ ਮੋਲੀਕਿਊਲ ਹੈ। ਲੈਡ ਸਲਫਾਈਡ ਦਾ ਫਾਰਮੂਲਾ ਹੁੰਦਾ PbS, ਠੀਕ ਹੈ। ਤਾਂ ਤੁਹਾਨੂੰ ਇੱਥੇ ਸਿਰਫ ਕੁਝ ਕੁ ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ ਕਿ ਜਿਵੇਂ ਲੈਡ ਸਲਫਾਈਡ ਹੈ, ਇਹ ਆਖਿਰ ਕਿਸ ਮੋਲੀਕਿਊਲ ਚ ਆਕਸੀਡਾਈਜ਼ ਹੁੰਦਾ ਹੈ। ਜਦੋਂ ਲੈਡ ਸਲਫਾਈਡ ਦੀ ਆਪਾਂ ਆਕਸੀਡੇਸ਼ਨ ਕਰਦੇ ਹਾਂ ਤਾਂ ਇਹ ਲੈਡ ਸਲਫੇਟ ਦੇ ਵਿੱਚ ਕਨਵਰਟ ਹੁੰਦਾ ਹੈ, ਠੀਕ ਹੈ। ਇੰਨੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ। ਬਾਕੀ ਜੋ ਪ੍ਰੋਸੀਜਰ ਹੈ ਰਿਐਕਸ਼ਨਸ ਬੈਲੈਂਸ ਕਰਨ ਦਾ, ਉਹ ਆਪਾਂ ਸਿੱਖ ਲਾਂਗੇ। ਤਾਂ ਲੈਡ ਸਲਫਾਈਡ ਦਾ ਫਾਰਮੂਲਾ ਕੀ ਹੁੰਦਾ? PbS। ਲੈਡ ਸਲਫੇਟ ਦਾ ਫਾਰਮੂਲਾ ਕੀ ਹੁੰਦਾ? PbSO4, ਠੀਕ ਹੈ। ਤਾਂ ਦੇਖੋ ਕਿਸ ਤਰੀਕੇ ਨਾਲ ਆਪਾਂ ਰਿਐਕਸ਼ਨਸ ਕਰਨੀ ਹੈ। ਓਜ਼ੋਨ ਕਿਸ ਤਰੀਕੇ ਨਾਲ ਲੈਡ ਸਲਫਾਈਡ ਨੂੰ ਆਕਸੀਡਾਈਜ਼ ਕਰਦਾ ਹੈ। ਤਾਂ ਜਿਵੇਂ ਪਹਿਲਾ ਸਟੈਪ ਕੀ ਹੈ, ਜੋ ਓਜ਼ੋਨ ਹੈ ਉਹ ਡੀਕੰਪੋਜ਼ ਹੋ ਜਾਏਗਾ, ਨੇਸੈਂਟ ਆਕਸੀਜਨ ਆਪਾਂ ਨੂੰ ਰਿਲੀਜ਼ ਕਰੇਗਾ, ਠੀਕ ਹੈ। ਹੁਣ ਇਹ ਜਿਹੜੀ ਨੇਸੈਂਟ ਆਕਸੀਜਨ ਰਿਲੀਜ਼ ਹੁੰਦੀ ਹੈ, ਇਹ ਨੇਸੈਂਟ ਆਕਸੀਜਨ ਜਾ ਕੇ ਰਿਐਕਟ ਕਰੇਗੀ ਇਸ ਲੈਡ ਸਲਫਾਈਡ ਦੇ ਨਾਲ। ਤਾਂ ਜਦੋਂ ਲੈਡ ਸਲਫਾਈਡ ਦੇ ਮੋਲੀਕਿਊਲ ਨੂੰ ਆਪਾਂ ਨੇਸੈਂਟ ਆਕਸੀਜਨ ਨਾਲ ਰਿਐਕਟ ਕਰਾਵਾਂਗੇ ਤਾਂ ਫਿਰ ਇਹ ਕਿਸ ਚ ਕਨਵਰਟ ਹੁੰਦਾ ਹੈ? ਲੈਡ ਸਲਫੇਟ ਚ, PbSO4 ਦੇ ਵਿੱਚ ਕਨਵਰਟ ਹੋ ਗਿਆ, ਠੀਕ ਹੈ। ਹੁਣ ਆਪਾਂ ਬੈਲੈਂਸਿੰਗ ਕਰਨੀ ਹੈ, ਇਸ ਰਿਐਕਸ਼ਨ ਨੂੰ ਬੈਲੈਂਸਿੰਗ ਕਰਕੇ ਇਸ ਨੂੰ ਸਮ ਕਰਨਾ ਹੈ। ਤਾਂ ਕਿਵੇਂ ਕਰਾਂਗੇ? ਦੇਖੋ ਪਹਿਲਾਂ ਜੋ ਫਸਟ ਸਟੈਪ ਹੈ ਉਸ ਨੂੰ ਚੈੱਕ ਕਰੋ, ਬੈਲੈਂਸਡ ਹੈ। इधर 3 ऑक्सीजन है, इधर भी 2 + 1 3 ऑक्सीजन है। फर्स्ट स्टेप तो बैलेंस्ड है। सेकंड स्टेप की गल करिए, लेड, इधर भी 1 लेड, 1 सल्फर 1 सल्फर। ऑक्सीजन की गल करो, इधर 1 ऑक्सीजन है ते प्रोडक्ट वाली साइड ते 4 ऑक्सीजन है। इट मींस कि आपां नूं किन्ने नेसेंट ऑक्सीजन चाहिए होंगे? 4 ऑक्सीजन चाहिए होंगे, है ना। तो हुण अगर तुसीं लेड सल्फाइड नूं ऑक्सीडाइज करना है तो वी नीड 4 नेसेंट ऑक्सीजन एटम्स, बट अपने को आ कितने रहे हैं? ओनली 1 ऑक्सीजन एटम। अपने को सिर्फ 1 नेसेंट ऑक्सीजन एटम जो है रिलीज हो रहा है, बाकी जो है चाहिए अपन कितने 4। तो हुण अपन की करांगे? इहनूं बैलेंस करांगे। किवें बैलेंस करांगे? आप इस पूरी रिएक्शन नूं 4 नाल मल्टीप्लाई कर देते हैं, ठीक है। क्योंकि देखो जिन्ने मोलीक्यूल्स, जिन्ने नेसेंट ऑक्सीजन इत्थे प्रोड्यूस होणगे उन्ने ही नेसेंट ऑक्सीजन इत्थे यूज होने चाहिए, है ना। जे कह लो कि जिन्ने इत्थे नेसेंट ऑक्सीजन अपने रिएक्ट कर रहे हैं उन्ने ही नेसेंट ऑक्सीजन इत्थों प्रोड्यूस भी होने चाहिए है। तो अगर 4 नेसेंट ऑक्सीजन की जरूरत है तो आप इस रिएक्शन को 4 नाल मल्टीप्लाई करांगे, सारी रिएक्शन को, फुल रिएक्शन को, ठीक है, ताकि अपने को 4 नेसेंट ऑक्सीजन रिलीज हो जाए, ठीक है। तो 4 नेसेंट ऑक्सीजन आ जाएंगे, सिंपल चीज है। 4 ओजोन ले 4 ऑक्सीजन बन जाएंगे, 4 नेसेंट ऑक्सीजन। तो ਜਿਹੜੇ 4 नेसेंट ऑक्सीजन होंगे वो अपने इस स्टेप ਦੇ ਵਿੱਚ यूज हो जाएंगे। ਹੁਣ ਆਪਾਂ ਇਹਨੂੰ ਸਮ ਕਰਦੇ ਹਾਂ, ਠੀਕ ਹੈ। ਤਾਂ ਜਦੋਂ ਆਪਾਂ ਇਹਨੂੰ ਟੋਟਲ ਕਰਾਂਗੇ ਕੀ ਹੋਏਗਾ? ਦੇਖੋ ਇੱਧਰ ਰਿਐਕਟੈਂਟ ਵਾਲੀ ਸਾਈਡ ਤੇ ਕੀ ਹੈ? PbS, ਇੱਕ ਤਾਂ PbS ਹੈ, प्लस 4 नेसेंट ऑक्सीजन, 4 नेसेंट ऑक्सीजन है, प्लस O3 ਕਿੰਨੇ ਹੈਗੇ? 4, 1 ਨਹੀਂ ਹੈ, ਧਿਆਨ ਰੱਖੋ ਆਪਾਂ 4 ਨਾਲ ਮਲਟੀਪਲਾਈ ਕੀਤਾ, 4 O3 ਹੋ ਗਏ। प्रोडक्ट वाली साइड ਤੇ देखो O2 किन्ने O2 है? 4 O2 प्लस नेसेंट ऑक्सीजन किन्ने है? 4 नेसेंट ऑक्सीजन, ठीक है। ते प्लस लेड सल्फेट PbSO4, ठीक है। तो हुण देखो इधर भी 4 नेसेंट ऑक्सीजन है, इधर भी 4 नेसेंट ऑक्सीजन है, ये तो कैंसल ही हो जाएंगे, ठीक है। तो इसनूं आपां नूं लिखण दी जरूरत भी नहीं है, तुसीं इसनूं इत्थे ही कैंसल करा सकते हो, ठीक है। तो इसनूं आपां इत्थे भी कैंसल कर सकते हैं कि जो 4 नेसेंट ऑक्सीजन अपने यूज होए है जिन्ने प्रोड्यूस होए सी उन्ने यूज हो गए। इधर प्रोडक्ट वाली साइड ते, इधर रिएक्टेंट वाली साइड ते है, मतलब जिन्ने नेसेंट ऑक्सीजन बने उन्ने ही कंज्यूम भी हो गए। तो अपने को एट द एंड ओवरऑल रिएक्शन दे विच कोई भी नेसेंट ऑक्सीजन नहीं बचेगा। तो अपने को रिएक्शन की बन गई? PbS प्लस 4O3 टू फॉर्म 4O2 प्लस PbSO4, ठीक है। इस तरीके नाल होर भी कई तरह के मोलीक्यूल्स है जिन्हां दी आपां ऑक्सीडेशन कर सकते हैं। जिवें तुसीं हुण एग्जांपल एक ट्राई करो जिंक सल्फाइड दी, ठीक है। जो जिंक सल्फाइड है ZnS वो कन्वर्ट होता है ZnSO4 दे विच, बिल्कुल सेम मैथड है, ठीक है। तो इस नूं तुसीं ट्राई करना है, ओके। हुण आपां नैक्सट देखते हैं एक और मोलीक्यूल है जिवें HCl है। HCl नूं अगर आपां ऑक्सीडाइज करते हैं तो HCl दा की बनदा है? HCl की जो ऑक्सीडेशन होती है ना, तो HCl दे विचों जो क्लोरीन है वो रिलीज हो जाता है ते हाइड्रोजन अपने को वाटर की फॉर्म दे विच प्रोड्यूस होता है, ठीक है। तो ये अपने को है कि जो HCl है जो उसकी ऑक्सीडेशन करते हैं तो क्लोरीन प्लस वाटर बनता है। हुण ओजोन नाल आपां रिएक्शन करानी है, ठीक है। ओजोन नाल रिएक्शन करावांगे तो की होएगा? सब तो पहला ओजोन जो है वो किस दे विच डीकंपोज होता है? O2 प्लस O दे विच। पहला स्टेप हो गया। दूसरा स्टेप, ये जो नेसेंट ऑक्सीजन है यही नेसेंट ऑक्सीजन आके रिएक्ट करेगी किस नाल? अपने HCl नाल, ठीक है।
ਤੇ ਜਦੋਂ ਆਪਾਂ HCl ਦੀ ਆਕਸੀਡੇਸ਼ਨ ਕਰਦੇ ਆ ਤਾਂ ਆਪਣੇ ਕੋਲੇ ਕੀ ਬਣਦਾ Cl2 ਬਣਦਾ ਪਲੱਸ ਇੱਕ ਕੀ ਬਣਦਾ ਵਾਟਰ। ਠੀਕ ਹੈ, ਤਾਂ ਹਾਈਡਰੋਜਨ ਵਾਟਰ ਚ ਕਨਵਰਟ ਹੋ ਗਿਆ ਤੇ ਕਲੋਰੀਨ ਜੋ ਹੈ ਉਹ Cl2 ਦੇ ਵਿੱਚ ਕਨਵਰਟ ਹੋ ਗਈ। ਹੁਣ ਆਪਾਂ ਦੇਖੀਏ ਕੀ ਸਾਰਾ ਕੁਝ ਬੈਲੈਂਸਡ ਹੈ। ਫਸਟ ਸਟੈਪ ਤਾਂ ਬੈਲੈਂਸਡ ਹੈ। ਸੈਕੰਡ ਸਟੈਪ ਦੇਖੋ 1 ਹਾਈਡਰੋਜਨ ਇੱਧਰ ਕਿੰਨੇ ਆ 2, ਤਾਂ ਆਪਾਂ ਨੂੰ 2 ਨਾਲ ਮਲਟੀਪਲਾਈ ਕਰਨਾ ਪਏਗਾ। ਠੀਕ ਹੈ, 2 HCl ਹੋ ਗਿਆ, 2 ਕਲੋਰੀਨ 2 ਕਲੋਰੀਨ, ਆਕਸੀਜਨ 1, ਇੱਧਰ ਵੀ ਕਿੰਨੇ ਆ 1। ਤਾਂ ਹੁਣ ਦੇਖੋ ਆਪਾਂ ਨੂੰ 1 ਆਕਸੀਜਨ ਐਟਮ ਦੀ ਹੀ ਜ਼ਰੂਰਤ ਹੈ ਤੇ ਆਪਣੇ ਕੋਲੇ ਪ੍ਰੋਡਿਊਸ ਵੀ ਕਿੰਨੇ ਨੇਸੈਂਟ ਆਕਸੀਜਨਸ ਹੋ ਰਹੇ ਆ 1। ਇਸ ਦਾ ਮਤਲਬ ਕਿ ਆਪਾਂ ਨੂੰ ਹੁਣ ਇੱਥੇ ਕੁਝ ਵੀ ਮਲਟੀਪਲਾਈ ਡਿਵਾਈਡ ਕਰਨ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਤਾਂ ਆਪਣੀ ਰਿਐਕਸ਼ਨਸ ਆਲਰੇਡੀ ਬੈਲੈਂਸ ਹੈ, ਤਾਂ ਸਮ ਕਰਨਾ ਹੈ, ਆ ਤਾਂ ਕੈਂਸਲ ਹੀ ਹੋ ਜਾਏਗਾ। ठीक है, इधर की बचेगा O3 प्लस 2 HCl टू फॉर्म O2 प्लस Cl2 प्लस वाटर। ठीक है, तो ये अपने को देखो आ काम बिल्कुल डिफिकल्ट नहीं है, बहुत इजी है, बैलेंस करके कैंसल ही कराना है ना, तो सम करना है एट द एंड। ਤੁਹਾਨੂੰ ਸਿਰਫ ਜੋ ਮੁਸ਼ਕਿਲ ਹੈ ਕੰਮ ਉਹ ਕੀ ਹੈ ਕਿ ਆਪਾਂ ਇਹਨਾਂ ਜੋ ਆਪਣੇ ਕੋਲ ਆਹ ਰਿਐਕਟੈਂਟਸ ਹੈਗੇ ਆ, ਆਪਾਂ ਨੇ ਇਹ ਦੇਖਣਾ ਹੈ ਕਿ ਇਹਨਾਂ ਦੀ ਆਕਸੀਡੇਸ਼ਨ ਤੋਂ ਬਾਅਦ ਕੀ ਪ੍ਰੋਡਕਟ ਬਣਦੇ ਆ। ਠੀਕ ਹੈ, ਅਗਰ ਆਪਾਂ ਨੂੰ ਇਹ ਚੀਜ਼ ਪਤਾ ਲੱਗ ਗਈ ਤਾਂ ਫਿਰ ਇਸ ਦੇ ਵਿੱਚ ਕੋਈ ਡਿਫਿਕਲਟ ਕੰਮ ਨਹੀਂ ਹੈ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕੁਝ ਨੌਨ ਮੈਟਲਸ ਦੀ ਆਕਸੀਡੇਸ਼ਨ। ਨੌਨ ਮੈਟਲਸ ਕਿਸ ਤਰੀਕੇ ਨਾਲ ਰਿਐਕਟ ਕਰਦੀਆਂ। ਤਾਂ ਸਭ ਤੋਂ ਪਹਿਲਾਂ ਦੇਖੋ ਜਿਵੇਂ ਪਹਿਲਾ ਸਟੈਪ ਤਾਂ ਇਹੀ ਹੋਏਗਾ, O3 ਜੋ ਹੈ ਉਹ ਡੀਕੰਪੋਜ਼ ਹੋ ਗਿਆ O2 plus O ਦੇ ਵਿੱਚ, ਹੈ ਨਾ। ਨੌਨ ਮੈਟਲ ਸਪੋਜ਼ ਕਰੋ ਆਪਾਂ ਲੈ ਲੈਂਦੇ ਹਾਂ ਪਹਿਲਾਂ ਐਗਜ਼ਾਮਪਲ ਆਇਓਡੀਨ ਦੇ ਲੈ ਲੈਂਦੇ ਹਾਂ। ਠੀਕ ਹੈ, ਤਾਂ ਆਇਓਡੀਨ ਦਾ ਜੋ ਫਾਰਮੂਲਾ ਹੈ that is I2। ਠੀਕ ਹੈ, ਆਇਓਡੀਨ ਜੋ ਹੈ ਉਹ ਸਭ ਤੋਂ ਪਹਿਲਾਂ ਇਸ ਨੇਸੈਂਟ ਆਕਸੀਜਨ ਨਾਲ ਰਿਐਕਟ ਕਰਦਾ ਹੈ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਆਇਓਡੀਨ ਦੀ ਆਕਸੀਡੇਸ਼ਨ ਤੋਂ ਬਾਅਦ ਕੀ ਬਣੇਗਾ, ਹੈ ਨਾ। ਅਗਰ ਇਹ ਚੀਜ਼ ਯਾਦ ਰੱਖ ਲਈ ਤੁਸੀਂ ਤਾਂ ਰਿਐਕਸ਼ਨਸ 'ਚ ਕੁਝ ਨਹੀਂ ਹੈ। ਆਇਓਡੀਨ ਦੀ ਆਕਸੀਡੇਸ਼ਨ ਤੋਂ ਬਾਅਦ ਬਣਦਾ ਹੈ I2O5, ਆਇਓਡੀਨ ਪੈਂਟਾਆਕਸਾਈਡ ਆਪਣੇ ਕੋਲ ਇਹ ਪ੍ਰੋਡਕਟ ਬਣਦਾ ਹੈ I2O5। ਠੀਕ ਹੈ, ਤਾਂ ਹੁਣ ਦੇਖੋ ਆਪਾਂ ਨੂੰ ਕਿੰਨੇ ਆਕਸੀਜਨ ਐਟਮਸ ਦੀ ਜ਼ਰੂਰਤ ਹੈ, ਇੱਥੇ 5 ਹੈ, ਤਾਂ ਇੱਥੇ ਵੀ ਆਪਾਂ ਨੂੰ ਕਿੰਨੇ ਨੇਸੈਂਟ ਆਕਸੀਜਨ ਚਾਹੀਦੇ ਹੋਣਗੇ 5। ਠੀਕ ਹੈ, ਓਕੇ। ਅੱਛਾ, ਇੱਥੇ ਹੀ ਕੰਮ ਨਹੀਂ ਰੁਕਦਾ, ਜਿਹੜਾ ਇਹ I2O5 ਹੈ, ਇਹ I2O5 ਮੋਇਸਚਰ ਦੀ ਪ੍ਰੈਜ਼ੈਂਸ 'ਚ, ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਟ ਕਰਦਾ ਹੈ ਤੇ ਐਟ ਦਾ ਐਂਡ ਆਪਣੇ ਕੋਲੇ ਬਣਾ ਦਿੰਦਾ HiO3। ਤਾਂ ਐਟ ਦਾ ਐਂਡ ਨੌਨ ਮੈਟਲਸ ਜੋ ਹੈ ਉਹ ਆਕਸੀਡੇਸ਼ਨ ਤੋਂ ਬਾਅਦ ਆਪਣੇ ਕੋਲੇ ਐਸਿਡਸ ਬਣਾਉਂਦੀਆਂ। ਠੀਕ ਹੈ, ਤਾਂ ਕਿਹੜਾ ਐਸਿਡ ਬਣਦਾ ਇੱਥੇ HiO3, ਆਇਓਡਿਕ ਐਸਿਡ ਜੋ ਹੈ ਉਹ ਆਪਣੇ ਕੋਲੇ ਬਣਦਾ ਹੈ। ਤੇ ਹੁਣ ਇਸ ਤਿੰਨਾਂ ਰਿਐਕਸ਼ਨਸ ਨੂੰ ਆਪਾਂ ਨੇ ਬੈਲੈਂਸ ਕਰਨਾ ਹੈ ਤੇ ਸਮ ਕਰਨਾ ਹੈ। ਠੀਕ ਹੈ, ਹੁਣ ਤਿੰਨਾਂ ਰਿਐਕਸ਼ਨਸ ਨੂੰ ਕਿਵੇਂ ਸਮ ਕਰਾਂਗੇ ਦੇਖੋ। ਸਭ ਤੋਂ ਪਹਿਲਾਂ ਨੇਸੈਂਟ ਆਕਸੀਜਨਸ ਦਾ ਕੰਮ, ਪਹਿਲਾਂ ਤਾਂ ਆਪ ਫਸਟ ਰਿਐਕਸ਼ਨ ਦੇਖ ਲਓ, ਬੈਲੈਂਸਡ ਹੈ, ਓਕੇ। ਸੈਕੰਡ ਦੇਖੋ ਬੈਲੈਂਸ ਕਰ ਲਈ ਆਪਾਂ। ਥਰਡ ਦੇਖੋ, ਹੁਣ ਥਰਡ ਬੈਲੈਂਸ ਹੈ ਨਹੀਂ ਹੈਗੀ, ਤਾਂ ਇਹਨੂੰ ਬੈਲੈਂਸ ਕਰੋ। I2 ਕਿੰਨੇ ਹੈ 2, ਆਇਓਡੀਨ 2 ਹੈ, ਇੱਧਰ ਇੱਕੋ ਹੀ ਹੈ, ਤਾਂ ਆਪਾਂ 2 ਲਗਾ ਦਿੰਦੇ, 2 ਨਾਲ ਮਲਟੀਪਲਾਈ ਕਰਤਾ। ਓਕੇ, ਹੁਣ ਆਕਸੀਜਨ ਕਾਊਂਟ ਕਰੀਏ, ਇੱਧਰ ਆਕਸੀਜਨ ਹੈ ਗਿਆ 5 plus 1 6, ਇੱਧਰ ਵੀ 6 ਹੋ ਗਏ। ਹਾਈਡਰੋਜਨ 2 ਹੈ, ਇੱਧਰ ਵੀ 2 ਹੋ ਗਏ, ਸਭ ਕੁਝ ਬੈਲੈਂਸ ਹੋ ਗਿਆ। ਹੁਣ ਸਮ ਕਰਨਾ ਹੈ, ਤਾਂ ਕਿਵੇਂ ਕਰਾਂਗੇ, ਆ 5 ਆਕਸੀਜਨ ਐਟਮਸ। ਅੱਛਾ, ਹੁਣ ਇੱਥੇ ਕੀ ਕਰੀਏ, ਇੱਥੇ ਆ ਚੀਜ਼ ਰਹਿੰਦੀ ਹੈ। ਹੁਣ ਆਪਣੇ ਕੋਲੇ ਆਪਾਂ ਨੂੰ ਜ਼ਰੂਰਤ ਕਿੰਨੇ ਨੇਸੈਂਟ ਆਕਸੀਜਨਸ ਦੀ ਹੈ 5 ਦੀ, ਬਟ ਆਪਣੇ ਕੋਲੇ ਪ੍ਰੋਡਿਊਸ ਕਿੰਨੇ ਹੋ ਰਹੇ ਓਨਲੀ 1, ਤਾਂ ਆਪਾਂ ਇਸ ਪੂਰੀ ਰਿਐਕਸ਼ਨ ਨੂੰ ਕਿੰਨੇ ਨਾਲ ਮਲਟੀਪਲਾਈ ਕਰ ਦਾਂਗੇ 5 ਨਾਲ। ਠੀਕ ਹੈ, ਤਾਂ ਕਿ 5 ਨੇਸੈਂਟ ਆਕਸੀਜਨਸ ਆਪਣੇ ਕੋਲੇ ਆਣ ਤੇ 5 ਨੇਸੈਂਟ ਆਕਸੀਜਨਸ ਕੰਜ਼ਿਊਮ ਹੋ ਜਾਣ। ਹੁਣ ਜਿੰਨੇ ਨੇਸੈਂਟ ਆਕਸੀਜਨਸ ਆਣਗੇ ਉਨੇ ਕੰਜ਼ਿਊਮ ਹੋ ਗਏ, ਇਹ ਤਾਂ ਖਤਮ ਹੋ ਗਿਆ। ਹੁਣ ਬਾਕੀ ਜੋ ਬਚ ਗਿਆ ਉਹਨਾਂ ਨੂੰ ਸਮ ਕਰ ਲਓ। ਤਾਂ ਰਿਐਕਟੈਂਟ ਵਾਲੀ ਸਾਈਡ ਤੇ ਕੀ ਕੁਝ ਹੈ, O3 प्लस आयोडीन I2 प्लस I2O5 प्लस वाटर। ठीक है, ये बन गया अपने को O3 किन्ने सी अपने को 5, O3 1 नहीं है, O3 5 है। ठीक है, ये तो 1 ही है, ये भी 1 ही है। टू फॉर्म O2 किन्ने बन रहे हैं 5 O2 प्लस I2O5। ठीक है, प्लस और की बन रहा है अपने को एक HiO3। 2 ਮੋਲੀਕਿਊਲਸ ਕਿਸ ਦੇ ਬਣ ਰਹੇ ਆ HiO3 ਦੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਣੇ ਕੋਲੇ ਕੰਪਲੀਟ ਰਿਐਕਸ਼ਨ ਜੋ ਹੈ ਉਹ ਬੈਲੈਂਸ ਹੁੰਦੀ ਹੈ ਤੇ ਜੋ ਆਇਓਡੀਨ ਹੈ ਉਹ ਮੋਇਸਚਰ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਟ ਕਰਦੀ ਹੈ ਆਪਣੇ ਕੋਲੇ। ਓਕੇ, ਸਮਥਿੰਗ ਕੁਝ ਰਹਿ ਗਿਆ, I2O5 ਰਹਿ ਗਿਆ, I2O5 ਵੀ ਕੈਂਸਲ ਹੋਏਗਾ, ਹੈ ਨਾ। ਤਾਂ I2O5 ਕੈਂਸਲ ਹੋਏਗਾ ਤੇ ਐਟ ਦਾ ਐਂਡ ਆਪਣੇ ਕੋਲੇ ਕੀ ਬਚੇਗਾ, ਇੰਨੀ ਰਿਐਕਸ਼ਨ ਹੈਗੀ। ਦੇਖੋ I2O5 ਰਹਿ ਗਿਆ ਸੀਗਾ ਕੈਂਸਲ ਕਰਨਾ, ਤਾਂ I2O5 ਜੋ I2O5 ਬਣਿਆ ਸੀ ਇੱਥੇ 1 ਮੋਲੀਕਿਊਲ, ਉਹੀ 1 ਮੋਲੀਕਿਊਲ I2O5 ਦਾ ਇੱਥੇ ਕੰਜ਼ਿਊਮ ਵੀ ਹੋ ਗਿਆ, ਹੈ ਨਾ। ਤਾਂ ਹੁਣ ਦੇਖੋ ਕੀ ਬਚਿਆ, ਓਜ਼ੋਨ ਜੋ ਹੈ ਉਹ ਆਇਓਡੀਨ ਨਾਲ ਰਿਐਕਟ ਕਰਾ ਰਿਹਾ ਇਨ ਦਾ ਪ੍ਰੈਜ਼ੈਂਸ ਆਫ ਵਾਟਰ। ਠੀਕ ਹੈ, ਤੇ ਫਿਰ ਆਪਣੇ ਕੋਲ ਕੀ ਬਣ ਰਿਹਾ ਹੈ, ਆਕਸੀਜਨ ਰਿਲੀਜ਼ ਹੋ ਰਹੀ ਹੈ ਪਲੱਸ ਕੀ ਬਣ ਰਿਹਾ ਹੈ ਆਇਓਡਿਕ ਐਸਿਡ HiO3। ਤਾਂ ਇਸ ਤਰੀਕੇ ਨਾਲ ਨੌਨ ਮੈਟਲਸ ਜੋ ਹੈ ਉਹ ਐਟ ਦਾ ਐਂਡ ਆਪਣੇ ਕੋਲ ਐਸਿਡ ਜੋ ਹੈ ਉਹ ਪ੍ਰੋਡਿਊਸ ਕਰਦੀਆਂ ਆਫਟਰ ਦਾ ਆਕਸੀਡੇਸ਼ਨ।
ਓਕੇ ਨੈਕਸਟ ਐਗਜ਼ਾਮਪਲ ਲੈ ਕੇ ਚੱਲਦੇ ਆਪਾਂ ਸਲਫਰ ਦੀ। ਹੁਣ ਦੇਖੋ ਜਿਵੇਂ ਆਪਾਂ ਦੇਖਿਆ ਸੀ ਆਇਓਡੀਨ ਜੋ ਹੈ ਉਹ ਆਇਓਡਿਕ ਐਸਿਡ ਬਣਾਉਂਦਾ, ਠੀਕ ਹੈ, HiO3। ਹੁਣ ਇਸੇ ਤਰੀਕੇ ਨਾਲ ਸਲਫਰ ਕੀ ਬਣਾਉਂਦਾ ਹੈ? ਸਲਫਰ ਜੋ ਹੈ ਉਹ ਸਲਫਿਊਰਿਕ ਐਸਿਡ ਆਪਾਂ ਨੂੰ ਪ੍ਰੋਵਾਈਡ ਕਰਦਾ, ਸਲਫਿਊਰਿਕ ਐਸਿਡ, ਠੀਕ ਹੈ। ਇੱਕ ਦੋ ਵਾਰੀ ਅਗਰ ਤੁਸੀਂ ਇਹ ਚੀਜ਼ਾਂ ਪੜੋਗੇ ਨਾ ਤੇ ਸਾਰੀਆਂ ਯਾਦ ਹੋ ਜਾਣਗੀਆਂ, ਆਇਓਡੀਨ ਤੋਂ ਆਇਓਡਿਕ ਐਸਿਡ, ਸਲਫਰ ਤੋਂ ਸਲਫਿਊਰਿਕ ਐਸਿਡ, ਹਨਾ, ਤਾਂ ਇਹ ਯਾਦ ਹੋ ਜਾਣਗੀਆਂ। ਤਾਂ ਸਲਫਿਊਰਿਕ ਐਸਿਡ ਦਾ ਫਾਰਮੂਲਾ ਕੀ ਹੈ? H2SO4। ਹੁਣ ਆਪਾਂ ਰਿਐਕਟ ਕਰਾਂਗੇ, O3 ਜੋ ਹੈ ਉਹ ਡੀਕੰਪੋਜ਼ ਹੋ ਗਿਆ O2 plus O ਦੇ ਵਿੱਚ, ਠੀਕ ਹੈ, ਹੋ ਗਿਆ। ਹੁਣ ਸਲਫਰ ਇਹੀ ਨੇਸੈਂਟ ਆਕਸੀਜਨ ਦੇ ਨਾਲ ਰਿਐਕਟ ਕਰੇਗਾ ਤੇ ਰਿਐਕਟ ਕਰਕੇ ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਬਣਾਏਗਾ? SO3, ਠੀਕ ਹੈ, SO3 ਸਲਫਰ ਟ੍ਰਾਈ ਆਕਸਾਈਡ। ਹੁਣ SO3 ਬਣ ਗਿਆ। ਇਹ ਜੋ SO3 ਹੈ ਇਹ ਵਾਟਰ ਦੇ ਨਾਲ ਰਿਐਕਟ ਕਰੇਗਾ ਤੇ ਰਿਐਕਟ ਕਰਕੇ ਕੀ ਬਣਾ ਦੇਗਾ ਆਪਣੇ ਕੋਲੇ? H2SO4, ਠੀਕ ਹੈ। SO3 ਹੈ, H2O ਨਾਲ ਰਿਐਕਟ ਕਰਕੇ ਕੀ ਬਣ ਗਿਆ? H2SO4। ਤਾਂ ਹੁਣ ਇਹ ਤਿੰਨ ਰਿਐਕਸ਼ਨਸ ਆਪਣੇ ਕੋਲੇ ਹੋ ਗਈਆਂ, ਤਿੰਨਾਂ ਨੂੰ ਆਪਾਂ ਕੰਪਾਈਲ ਕਰੀਏ ਤਾਂ ਨੇਸੈਂਟ ਆਕਸੀਜਨਸ ਕਿੰਨੇ ਚਾਹੀਦੇ ਇੱਥੇ ਆਪਾਂ ਨੂੰ? 3, ਠੀਕ ਹੈ, S plus O3, 3 ਆਕਸੀਜਨ ਚਾਹੀਦੇ ਆ ਨਾ ਆਪਾਂ ਨੂੰ ਕਿਉਂਕਿ SO3 ਬਣ ਰਿਹਾ ਤੇ ਪ੍ਰੋਡਿਊਸ ਕਿੰਨੇ ਹੋ ਰਹੇ? ਓਨਲੀ 1। ਤਾਂ ਆਪਾਂ ਸਾਰੀ ਰਿਐਕਸ਼ਨ ਨੂੰ ਕਿੰਨੇ ਨਾਲ ਮਲਟੀਪਲਾਈ ਕਰ ਦਾਂਗੇ? 3 ਨਾਲ। ਚਲੋ ਇਹ ਰਿਐਕਸ਼ਨ ਨੂੰ 3 ਨਾਲ ਮਲਟੀਪਲਾਈ ਕਰਤਾ, ਇਹਨੂੰ ਮਲਟੀਪਲਾਈ ਕਰਨ ਦੀ ਜ਼ਰੂਰਤ ਨਹੀਂ। 1 SO3 ਪ੍ਰੋਡਿਊਸ ਹੋ ਰਿਹਾ ਸੀ ਤੇ 1 SO3 ਹੀ ਕੰਜ਼ਿਊਮ ਹੋ ਰਿਹਾ ਹੈ ਨਾ। ਅਗਰ ਇਹਦੇ 2 SO3 ਪ੍ਰੋਡਿਊਸ ਹੋ ਰਹੇ ਹੁੰਦੇ ਤਾਂ ਆਪਾਂ ਨੂੰ ਦੋਨੇ ਹੀ ਕਨਵਰਟ ਕਰਨੇ ਪੈਂਦੇ, ਠੀਕ ਹੈ। ਚਲੋ ਫਿਲਹਾਲ ਲੱਕੀ ਹੈ ਕਿ ਆਪਣੇ ਕੋਲੇ 1 SO3 ਹੀ ਬਣ ਰਿਹਾ। ਤਾਂ SO3 ਨੂੰ ਵਾਟਰ ਨਾਲ ਰਿਐਕਟ ਕਰਾਇਆ, H2SO4। ਸਾਰੀਆਂ ਰਿਐਕਸ਼ਨਸ ਬੈਲੈਂਸ ਹੋ ਗਈਆਂ, ਠੀਕ ਹੈ, ਇੰਡੀਵਿਜੂਅਲੀ ਵੀ ਬੈਲੈਂਸ ਹੋ ਗਈਆਂ ਤੇ ਇੱਕ ਦੂਜੇ ਨਾਲ ਮਲਟੀਪਲਾਈ ਵਗੈਰਾ ਕਰਕੇ ਵੀ ਬੈਲੈਂਸ ਹੋ ਗਈਆਂ। ਹੁਣ ਆਪਾਂ ਨੇ ਸਮ ਕਰਨਾ ਹੈ ਤਾਂ ਦੇਖੋ 3 ਨੇਸੈਂਟ ਆਕਸੀਜਨ ਕੈਂਸਲ, SO3 ਪ੍ਰੋਡਿਊਸ ਹੋਇਆ, ਖਤਮ ਹੋ ਗਿਆ, बचा की O3। किन्ने O3 है? 3 ओजोन प्लस एक सल्फर प्लस वाटर टू फॉर्म की कुछ बनया O2। किन्ने O2 बन गए अपने को? 3 O2 प्लस H2SO4, ठीक है। और तो कुछ नहीं बनया, चेक कर लो एक बार फिर भी, ठीक है। कुछ और तो बनया नहीं है अपने को, जिन्हें जो मोलिक्यूल से अपने को सल्फर का जो एक मोलिक्यूल से कन्वर्ट हो गया सल्फ्यूरिक एसिड दे विच। ਹੁਣ ਇਸੇ ਤਰੀਕੇ ਨਾਲ ਤੁਸੀਂ ਫਾਸਫੋਰਸ ਦੇ ਉੱਪਰ ਟਰਾਈ ਕਰਨਾ ਹੈ। ਫਾਸਫੋਰਸ P4 ਹੁੰਦਾ ਹੈ ਤੇ ਫਾਸਫੋਰਸ ਦਾ ਬਣਦਾ ਹੈ ਫਾਸਫੋਰਿਕ ਐਸਿਡ, ਠੀਕ ਹੈ। ਫਾਸਫੋਰਿਕ ਐਸਿਡ ਦਾ ਫਾਰਮੂਲਾ ਕੀ ਹੁੰਦਾ ਹੈ? H3PO4, ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਫਾਸਫੋਰਸ ਵਾਸਤੇ ਹੀ ਟਰਾਈ ਕਰੋ। ਆਇਓਡੀਨ ਵਾਸਤੇ, ਸਲਫਰ ਵਾਸਤੇ ਮੈंने ਕਰਾਤੀ, ਫਾਸਫੋਰਸ ਵਾਸਤੇ ਟਰਾਈ ਕਰਨੀ। ਹੁਣ ਦੇਖੋ ਤੁਸੀਂ ਆਕਸੀਜਨ ਓਜ਼ੋਨ ਨਾਲ ਕਿਸ ਤਰ੍ਹਾਂ ਕਿਹੜੀ ਰਿਐਕਸ਼ਨਸ ਜੋ ਹੈ ਉਹ ਟਰਾਈ ਕਰਨੀ ਹੈ ਤੇ ਮੈਨੂੰ ਸੈਂਡ ਕਰਨੀ ਹੈ, ਠੀਕ ਹੈ। ਤਾਂ ਇੱਕ ਤਾਂ ਰਿਐਕਸ਼ਨ ਤੁਸੀਂ ਕਰਨੀ ਹੈਗੀ KNO2 ਨੂੰ ਤੇ KNO2 ਜੋ ਹੈ ਉਹ ਆਕਸੀਡਾਈਜ਼ ਹੋ ਕੇ ਕਾਹਦੇ ਵਿੱਚ ਕਨਵਰਟ ਹੁੰਦਾ? KNO3 ਦੇ ਵਿੱਚ, ਠੀਕ ਹੈ, ਪੋਟਾਸ਼ੀਅਮ ਨਾਈਟ੍ਰਾਈਟ ਇਨਟੂ ਪੋਟਾਸ਼ੀਅਮ ਨਾਈਟ੍ਰੇਟ। ਸੈਕੰਡ ਤੁਸੀਂ ਹੁਣ ਕਰੋਗੇ ਫਾਸਫੋਰਸ ਵਾਲੀ, P4 ਜੋ ਹੈ ਉਹ H3PO4 ਦੇ ਵਿੱਚ ਕਨਵਰਟ ਹੁੰਦਾ ਹੈ ਫਾਸਫੋਰਿਕ ਐਸਿਡ ਦੇ ਵਿੱਚ, ਠੀਕ ਹੈ, ਇਨ ਦਾ ਪ੍ਰੈਜ਼ੈਂਸ ਆਫ ਵਾਟਰ। ਤੇ ਤੀਸਰੀ ਜਿਹੜੀ ਰਿਐਕਸ਼ਨ ਤੁਸੀਂ ਕਰਨੀ ਹੈ ਉਹ ਹੈ ਸਿਲਵਰ ਦੀ। ਸਿਲਵਰ ਜੋ ਹੈ ਡਾਇਰੈਕਟਲੀ ਸਿਲਵਰ ਆਕਸਾਈਡ ਵਿੱਚ ਕਨਵਰਟ ਹੁੰਦਾ ਹੈ Ag2O ਦੇ ਵਿੱਚ। ਇੱਕ ਤੁਸੀਂ ਕਰੋ ਮਰਕਰੀ ਵਾਸਤੇ, ਮਰਕਰੀ ਜੋ ਹੈ ਉਹ ਵੀ ਕਨਵਰਟ ਹੁੰਦਾ ਹੈ HgO ਦੇ ਵਿੱਚ, ਮਰਕਿਊਰੀ, ਠੀਕ ਹੈ, ਮਰਕਿਊਰਸ ਆਕਸਾਈਡ, ਸੌਰੀ, Hg2O। ਤਾਂ ਮਰਕਿਊਰਸ ਆਕਸਾਈਡ ਜੋ ਹੈ ਉਹ ਆਪਣੇ ਕੋਲੇ ਬਣੇਗਾ। ਹੁਣ ਇਹ ਚਾਰੇ ਰਿਐਕਸ਼ਨਸ ਤੁਸੀਂ ਕੰਪਲੀਟ ਕਰਕੇ ਓਜ਼ੋਨ ਨਾਲ ਰਿਐਕਟ ਕਰਾ ਕੇ ਤੇ ਮੈਨੂੰ ਸੈਂਡ ਕਰਨੀ ਹੈ, ਠੀਕ ਹੈ। ਅੱਛਾ ਇੱਕ ਨਾਲ ਚੀਜ਼ ਤੁਸੀਂ ਜ਼ਰੂਰ ਦੇਖਿਆ ਹੋਵੇਗਾ, ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਜੋ ਮਰਕਰੀ ਹੈ ਉਹ ਆਪਾਂ ਥਰਮਾਮੀਟਰਸ ਦੇ ਵਿੱਚ ਯੂਜ਼ ਕਰਦੇ ਹਾਂ, ਹੈ ਨਾ, ਕਿਉਂਕਿ ਜੋ ਮਰਕਰੀ ਹੈ ਉਸਦੀ ਪ੍ਰੋਪਰਟੀ ਹੈ ਕਿ ਇਹ ਵਿਸਕਸ ਬਹੁਤ ਜ਼ਿਆਦਾ ਹੈ ਤੇ ਇੱਕ ਇਹ ਜੋ ਗਲਾਸ ਹੁੰਦਾ, ਥਰਮਾਮੀਟਰ ਦਾ ਗਲਾਸ ਹੁੰਦਾ, ਉਸ ਨਾਲ ਸਟਿਕ ਨਹੀਂ ਕਰਦੀ, ਹੈ ਨਾ, ਕਿਸੇ ਵੀ ਗਲਾਸ ਨਾਲ ਸਟਿਕ ਨਹੀਂ ਕਰਦੀ। ਬਟ ਇਨ ਕੇਸ ਅਗਰ ਮਰਕਰੀ ਦੀ ਆਕਸੀਡੇਸ਼ਨ ਹੋ ਜੇ ਤੇ ਮਰਕਰੀ ਜੋ ਹੈ ਉਹ ਮਰਕਿਊਰਸ ਆਕਸਾਈਡ ਦੇ ਵਿੱਚ ਕਨਵਰਟ ਹੋ ਜਾਏ। ਦਿਸ ਇਜ਼ ਮਰਕਿਊਰਸ ਆਕਸਾਈਡ, ਠੀਕ ਹੈ। ਤਾਂ ਮਰਕਿਊਰਸ ਆਕਸਾਈਡ ਜੋ ਹੈ ਅਗਰ ਇਹ ਕਿਤੇ ਬਣ ਗਿਆ ਮਰਕਰੀ ਦੀ ਆਕਸੀਡੇਸ਼ਨ ਹੋਣ ਤੋਂ ਬਾਅਦ ਤਾਂ ਫਿਰ ਇਹ ਕੀ ਹੁੰਦਾ? ਇਹ ਇੱਕ ਤਾਂ ਥੋੜਾ ਜਿਹਾ ਵਾਟਰ ਸੋਲੂਬਲ ਹੁੰਦਾ ਹੈ, ਠੀਕ ਹੈ। ਦੂਸਰਾ ਇਹ ਜੋ ਹੈ ਇਹ ਸਟਿਕ ਕਰਦਾ ਹੈ ਵਿਦ ਗਲਾਸ, ਠੀਕ ਹੈ। ਤਾਂ ਜੇ ਤੁਹਾਡਾ ਥਰਮਾਮੀਟਰ ਹੈ ਅਗਰ ਉਸ ਦੇ ਵਿੱਚ ਥੋੜੀ ਬਹੁਤ ਕਿਤੇ 에ਅਰ ਜੋ ਹੈ ਰਿਐਕਟ ਕਰ ਗਈ, ਆਕਸੀਜਨ ਰਿਐਕਟ ਕਰ ਗਈ ਤੇ ਮਰਕਰੀ ਦਾ ਜੋ ਹੈ ਮਰਕਿਊਰਸ ਆਕਸਾਈਡ ਬਣ ਗਿਆ ਤਾਂ ਫਿਰ ਉਹ ਸਾਰਾ ਥਰਮਾਮੀਟਰ ਜੋ ਹੈ ਉਹ ਖਰਾਬ ਹੋ ਜਾਏਗਾ ਤੇ ਜੋ ਮਰਕਰੀ ਹੈ ਤੁਹਾਡੀ ਉਹ ਥਰਮਾਮੀਟਰ ਦੇ ਨਾਲ ਸਟਿਕ ਕਰਨੀ ਸਟਾਰਟ ਹੋ ਜਾਏਗੀ, ਠੀਕ ਹੈ। ਤੇ ਉਹ ਜੋ ਸਟਿਕ ਹੁੰਦੀ ਹੈ ਨਾ, ਜਦੋਂ ਸਟਿਕ ਹੁੰਦੀ ਹੈ ਤਾਂ ਉਹ ਥਰਮਾਮੀਟਰ ਦੇ ਨਾਲ ਇਸ ਤਰੀਕੇ ਨਾਲ ਲਾਈਨ ਬਣਾਉਣੀ ਸ਼ੁਰੂ ਕਰ ਦਿੰਦੀ ਹੈ। ਤਾਂ ਜੋ ਇਹ ਲਾਈਨ ਬਣਦੀ ਹੈ, ਦਿਸ ਲਾਈਨ ਇਜ਼ ਕਾਲਡ ਟੇਲਿੰਗ ਆਫ ਮਰਕਰੀ। ਕੀ ਕਹਿੰਦੇ ਇਸ ਨੂੰ ਆਪਾਂ? टेलिंग ऑफ मरकरी, ठीक है। अब वैसे जो नॉन स्टिकी मरकरी है उसकी नहीं बनती, अगर मरकरी स्टिक करने लग जाए तो फिर उसको कहने ਆਪਾਂ टेलिंग ऑफ मरकरी।
हाँ जी, नेक्स्ट प्रॉपर्टी है ओजोन दी, इट एक्ट एज ए ब्लीचिंग एजेंट। ओजोन जो है बहुत ही स्ट्रॉन्ग ब्लीचिंग एजेंट है। ਤਾਂ ਜਿਵੇਂ ਲਾਈਕ ਸਪੋਜ਼ ਕਰੋ ਕਿ ਆਪਣੇ ਕੱਪੜਿਆਂ ਦੇ ਉੱਤੇ ਕੋਈ ਵੈਜੀਟੇਬਲ ਆਇਲ ਗਿਰ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਬਜ਼ੀ ਜੋ ਹੈ ਉਹ ਲੱਗ ਗਈ ਹੈ ਤੇ ਉਸ ਦਾ ਨਿਸ਼ਾਨ ਆਪਣੇ ਕੱਪੜਿਆਂ ਦੇ ਉੱਤੇ ਲੱਗ ਗਿਆ ਹੈ, ਤਾਂ ਆਪਾਂ ਨੂੰ ਉਸ ਨੂੰ ਕੀ ਕਰਨਾ ਪਏਗਾ, ਉਸ ਨੂੰ ਬਲੀਚ ਕਰਨਾ ਪਏਗਾ, ਹੈ ਨਾ। ਤਾਂ ਜੋ ਓਜ਼ੋਨ ਹੈ ਉਹ ਇਸੇ ਤਰ੍ਹਾਂ ਦੇ ਜੋ ਵੈਜੀਟੇਬਲ ਆਇਲਸ ਹੈ ਉਹਨਾਂ ਨੂੰ ਬਲੀਚ ਕਰਨ ਦੇ ਕੰਮ ਆਉਂਦੀ ਹੈ, ਕੱਪੜਿਆਂ ਨੂੰ ਬਲੀਚ ਕਰਨ ਦੇ ਕੰਮ ਆਉਂਦੀ ਹੈ। ਤਾਂ ਕੀ ਕਰਦੀ ਹੈ ਓਜ਼ੋਨ ਜੋ ਹੈ, ਆਪਾਂ ਨੂੰ ਪਤਾ ਹੈ ਕਿ ਓਜ਼ੋਨ ਦੇ ਵਿੱਚੋਂ ਨੇਸੈਂਟ ਆਕਸੀਜਨ ਜੋ ਹੈ ਉਹ ਰਿਲੀਜ਼ ਹੁੰਦੀ ਹੈ। ਇਹੀ ਨੇਸੈਂਟ ਆਕਸੀਜਨ ਹੈ ਜੋ ਕਿ ਆਪਣੇ ਵੈਜੀਟੇਬਲ ਕਲਰ ਨੂੰ, ठीक है, वेजिटेबल कलर्ड मटीरियल जो भी है, मैटर है, अपने कोल फैब्रिक है, ठीक है, तो उस दे उत्ते जो भी वेजिटेबल कलर लग्या होएगा उस नूं इह नेसेंट ऑक्सीजन जो है वो ऑक्सीडाइज कर देगी ते अपने कोले कलरलैस मटीरियल बन जाएगा। ठीक है, तो जो भी कलर्ड मटीरियल लग्या होया सीगा अपने फैब्रिक वगैरह दे उत्ते वो सारा फैब्रिक जो है वो खत्म हो जाता है। ठीक है, कई बारी जो ऑयल ना सी कोई डाइज वगैरह जो है वो अपने कपड़े ते लग जाती है तो डाइज का कलर भी ईजीली नहीं जाता, तो फिर वो ब्लीचिंग ही की जाती है, तो ओजोन के नाल ब्लीचिंग की जा सकती है। ठीक है, हाँ जी, ओजोन जो है उसकी नैक्सट रिएक्शन है रिएक्शन विद ओलेफिन्स। तो ओलेफिन्स मतलब कि एल्कीन्स। ठीक है, तो एल्कीन्स के नाल किस तरीके रिएक्ट करती हैं अपने कोले ओजोन। तो जिवें सपोज करो इथीन है CH2 डबल बॉन्ड CH2, तो ओजोन नाल अगर आप इसमें रिएक्ट कराने हैं तो इस दे विच की हुंदा है, इस च ओजोनाइट बनता है। +1 दे विच तुसीं ये रिएक्शन करी होएगी ऑर्गेनिक केमिस्ट्री दे विच, है ना। तो ओजोनाइट किस तरीके नाल बनता है, जो ये डबल बॉन्ड है ओजोन इस नूं ब्रेक कर दिंदी है। ठीक है, ते अपने कोले बचया CH2 CH2। ठीक है, कार्बन दे दोने जो कार्बन है दोनों दे डबल बॉन्ड जो है ब्रेक हो गया, मतलब दोनों दो बॉन्ड्स ब्रेक हो चुके हैं। तो फिर की करता है, दोनों नाल एक ऑक्सीजन लग जाती है, टोटल 3 ऑक्सीजन है ना, एक तो दोनों कार्बन नाल लग गई, एक जो ऑक्सीजन है वो दोनों दे विच कॉमन हो गई। ठीक है, तो इस ऑक्सीजन के 2 बॉन्ड्स कंप्लीट हो गए, इन्हां दा एक बॉन्ड कंप्लीट होया, तो दूसरा बॉन्ड ये आपस दे विच बना लेंदी है। दिस प्रोडक्ट इज कॉल्ड ओजोनाइट, दिस इज कॉल्ड ओजोनाइट। ठीक है, इसकी रिएक्शन अगे भी हो सकती है, अगर तुसीं इस दे विच जिंक प्लस H2O पाओ तो ये जो मोलीक्यूल है ये भी ब्रेक हो जाता है। ठीक है, ये रिएक्शन जो है जिंक ते वाटर की प्रेजेंस दे विच हुंदी है, ते यह फिर ब्रेक हो जाता है। ब्रेक हो गए की बनता है, आ देखो CH2O, तो आ जो बॉन्ड है ये ब्रेक हो गया। ठीक है, इसी तरीके नाल आ मॉलिक्यूल भी साइड पे ब्रेक हो गया, CH2O हो गया ब्रेक। जो आ एक ऑक्सीजन निकली है बाहर, यह वाटर लेके चला जाता है, H2O2 बन जाता है। ठीक है, ये निकल गया, ते अपने को आह 2 प्रोडक्ट्स बच गए। ठीक है, हुण इत्थे कार्बन का भी देखो तो नाल एक बॉन्ड ब्रेक हो गया, ते इस ऑक्सीजन का भी एक बॉन्ड ब्रेक हो गया, दोनों का एक बॉन्ड ब्रेक हो गया, तो ये दोनों आपस दे विच मल्टीपल बॉन्ड बना लेंदे आ। इस तरीके नाल इधर कार्बन ते ऑक्सीजन का एक बॉन्ड ब्रेक हो गया, ये भी आपस दे विच मल्टीपल बॉन्ड बना लेंदे आ, तो अपने कोले एल्डिहाइड्स जो है वो बन जाते हैं। ठीक है, तो यही रिएक्शन हुण तुसीं करके देखनी है CH3CH डबल बॉन्ड CH2 नाल। ठीक है, तो मैं इथीन नाल कराई सी, तुसीं प्रोपीन नाल करनी है, बिल्कुल सेम है, कोई फर्क नहीं है, बस इत्थे एक हाइड्रोजन की जगह ते CH3 आ गया। ये CH3 ग्रुप कोई पार्टिसिपेट नहीं करूगा रिएक्शन दे विच। एट द एंड तुहाडे कोले प्रोडक्ट की बनेगा, यह प्रोडक्ट बन जाएगा। ठीक है, एक साइड ते वही बनेगा, दूसरी साइड ते ही बनेगा। तुसीं इसनूं ट्राई करो ते भेजियो। ठीक है, मैनूं करके। नैक्सट है रिएक्शन विद पारोक्साइड। किसी भी तरह के पारोक्साइड्स नाल भी ओजोन रिएक्ट कर सकती है, जिवें सपोज करो H2O2 है। ठीक है, H2O2 नूं ओजोन नाल रिएक्ट कराना है, तो हुण तुसीं देखो H2O2 जो है वो की करता है, H2O2 एक नेसेंट ऑक्सीजन रिलीज करता है ना, नेसेंट ऑक्सीजन रिलीज करता है। ओजोन की गल करिए, ओजोन का भी काम की है, एक नेसेंट ऑक्सीजन रिलीज करता है। तो हुण जे H2O2 ते ओजोन आपस में रिएक्ट करनगे तो की बनेगा, H2O2 प्लस ओजोन, ये दोनों आपस में रिएक्ट करा रहे हैं। ठीक है, आपां तो की बनेगा, एक दा वाटर बनेगा प्लस एक O2 बनेगा, प्लस आ जो नेसेंट ऑक्सीजन है ये दोनों भी आपस में जुड़ के O2 बना लेनी है। इट मीनस कि अपने को किन्ने मोलिक्यूल्स बन जाएंगे O2 दे, 2 मोलिक्यूल्स अपने को O2 दे बन जाएंगे। हाँ जी, नेक्स्ट है स्ट्रक्चर ऑफ ओजोन। ओजोन की अगर स्ट्रक्चर की गल करिए तो ओजोन के 3 मोलिक्यूल्स 3 एटम्स है अपने को ऑक्सीजन के, तो ये तीनों जो है V शेप मोलिक्यूल अपने को प्रेजेंट है। अगर तुम ऑक्सीजन की बॉन्ड लेंथ देखो तो यह है 127.8 पिकोमीटर। ठीक है, तो जो बॉन्ड एंगल है इन्हां दोनों दे विच दैट इज 116.8 डिग्री। अच्छा, हुण जो ओजोन है अगर तुसीं उसकी लुईस डॉट स्ट्रक्चर बनाने हो तो वो कुछ इस तरीके की बनती है। ठीक है, नेगेटिव चार्ज, इस ऑक्सीजन के उत्ते पॉजिटिव चार्ज, इनके कोले 2 लोन पेयर्स है, इनके कोले 1 लोन पेयर है।
ਤਾਂ ਹੁਣ ਇਹ ਆਪਣੇ ਕੋਲੇ ਓਜ਼ੋਨ ਦੀ ਸਟਰਕਚਰ ਬਣਦੀ ਹੈ ਜਿਹੜੀ ਲੂਇਸ ਡਾਟ ਸਟਰਕਚਰ ਹੁੰਦੀ ਹੈ ਨਾ, ਬਣਾਈਆਂ ਹੋਈਆਂ ਨਾ ਤੁਸੀਂ ਪਹਿਲਾਂ ਲੂਇਸ ਡਾਟ ਸਟਰਕਚਰਸ। ਤਾਂ ਇਹ ਇੱਕ ਲੂਇਸ ਡਾਟ ਸਟਰਕਚਰ ਹੈ। ਅਗਰ ਇਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਤਾਂ ਆਕਸੀਜਨ ਆਪਣੇ ਕੋਲੇ ਸਿੰਗਲ ਬੌਂਡਸ ਵੀ ਹੈ, ਆਕਸੀਜਨ ਆਪਣੇ ਕੋਲੇ ਡਬਲ ਬੌਂਡਸ ਵੀ ਹੈ। ਤਾਂ ਹੁਣ ਜੇ ਆਪਾਂ ਇਹ ਸੋਚੀਏ ਵੀ ਇੱਥੇ ਜੋ ਆਕਸੀਜਨ ਸਿੰਗਲ ਬੌਂਡ ਹੈ, ਡਬਲ ਬੌਂਡ ਹੈ, ਇਹਨਾਂ ਦੀ ਬੌਂਡ ਲੈਂਥ ਅਲੱਗ-ਅਲੱਗ ਹੋਣੀ ਚਾਹੀਦੀ ਹੈ ਨਾ, ਕਿਉਂਕਿ ਸਿੰਗਲ ਬੌਂਡ ਦੀ ਬੌਂਡ ਲੈਂਥ ਜ਼ਿਆਦਾ ਹੁੰਦੀ ਹੈ, ਡਬਲ ਬੌਂਡ ਦੀ ਬੌਂਡ ਲੈਂਥ ਜੋ ਹੈ ਉਹ ਘੱਟ ਹੁੰਦੀ ਹੈ। ਤਾਂ ਇਸ ਦੇ ਅਕੋਰਡਿੰਗ ਆਕਸੀਜਨ ਸਿੰਗਲ ਬੌਂਡ ਦੀ ਬੌਂਡ ਲੈਂਥ ਤੇ ਡਬਲ ਬੌਂਡ ਦੋਨਾਂ ਦੀ ਬੌਂਡ ਲੈਂਥ ਅਲੱਗ-ਅਲੱਗ ਹੋਣੀ ਚਾਹੀਦੀ ਹੈ। ਬਟ ਆਪਾਂ ਬੌਂਡ ਲੈਂਥ ਸੇਮ ਲਿਖੀ ਹੈ, ਦੋਨਾਂ ਬੌਂਡਸ ਦੀ ਜੋ ਬੌਂਡ ਲੈਂਥ ਹੈ ਦੈਟ ਇਜ਼ 127.8 ਡਿਗਰੀ है ना। तो यह क्यों है, देखो जो नॉर्मल सिंगल बॉन्ड होता है ऑक्सीजन का दैट इज 148 पिकोमीटर, उसकी जो बॉन्ड लेंथ है नॉर्मली 148 होती है। ਤੇ ਜੋ ਡਬਲ ਬੌਂਡ ਹੁੰਦਾ ਆਕਸੀਜਨ ਦਾ ਉਸਦੀ ਬੌਂਡ ਲੈਂਥ ਹੁੰਦੀ ਹੈ ਨੀਅਰਲੀ 122 ਪਿਕੋਮੀਟਰ, ਠੀਕ ਹੈ। ਤਾਂ ਇੰਨੀ ਕੁ ਬੌਂਡ ਲੈਂਥ ਹੁੰਦੀ ਹੈ। ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਆਹ ਜੋ ਬੌਂਡ ਲੈਂਥ ਹੈ ਇਹ ਨਾ ਤਾਂ ਸਿੰਗਲ ਬੌਂਡ ਦੇ ਬਰਾਬਰ ਹੈ ਨਾ ਡਬਲ ਬੌਂਡ ਦੇ ਬਰਾਬਰ ਹੈ, ਇਹ ਦੋਨਾਂ ਦੇ ਇਨ ਬਿਟਵੀਨ ਹੈ। ਇਸ ਦਾ ਮਤਲਬ ਕਿ ਆ ਜੋ ਬੌਂਡਸ ਹੈਗੇ ਆ ਇਹ ਨਾ ਤਾਂ ਪਿਓਰਲੀ ਸਿੰਗਲ ਹੈ ਤੇ ਨਾ ਹੀ ਪਿਓਰਲੀ ਡਬਲ ਹੈ, ਇਹ ਪਾਰਸ਼ਲ ਡਬਲ ਬੌਂਡ ਕਰੈਕਟਰ ਹੈ। ਇਹ ਪਾਰਸ਼ਲ ਡਬਲ ਬੌਂਡ ਕਰੈਕਟਰ ਇਹਨਾਂ ਚ ਕਿਉਂ ਆਉਂਦਾ ਹੈ, ਬਿਕੋਜ਼ ਇਹ ਜੋ ਮੋਲੀਕਿਊਲ ਹੈ ਇਟ ਇਜ਼ ਇਨ ਰੈਜ਼ੋਨੈਂਸ। ਤਾਂ ਰੈਜ਼ੋਨੈਂਸ ਕਿਵੇਂ ਹੁੰਦੀ ਹੈ, देखो आ लोन पेयर इधर शिफ्ट होगी, आ डबल बॉन्ड अगे चला जाएगा, ठीक है। तो हम की हो जाएगा, इधर बन गया सिंगल तो डबल बॉन्ड ते इथे लोन पेयर्स रह गए सिर्फ दो। ऑक्सीजन को इस ऑक्सीजन में कोई फर्क नहीं पिया, इधर एक बॉन्ड आया इधर एक चला गया, है ना। जी आ ऑक्सीजन है देखो दो लोन पेयर्स तो ऑलरेडी है सी, एक आ बॉन्ड शिफ्ट हो गया, 3 लोन पेयर्स हो गया, ठीक है। तो हुण ये नेगेटिव चार्ज भी शिफ्ट होकर इहदे ते आ जाएगा, ठीक है, लोन पेयर्स उधर चली जाएंगी। तो ओजोन जो है उसके मॉलिक्यूल्स अगर तुसीं ध्यान नाल देखो तो यह सिंगल सी इस टाइम डबल हो गया, ये डबल सी ये सिंगल हो गया, मतलब ये मॉलिक्यूल्स कदे भी प्योर सिंगल या प्योर डबल बॉन्ड नहीं है, यह रेजोनेंस दे विच है, ठीक है। तो रेजोनेंस दे विच आपां इसदी स्ट्रक्चर किवें बना लैंदे हैं, कुछ इस तरीके नाल, ठीक है। तो इस तरीके नाल आपां स्ट्रक्चर बनाने हैं। इसका मतलब कि भी जो दोनों बॉन्ड्स है दोनों दे विच डबल बॉन्ड है, पार्शियल डबल बॉन्ड करैक्टर है। तो जो इसे करके जो बॉन्ड लेंथ है इन्हां दी दैट इज 127.8 मीटर, 8 पिकोमीटर, ठीक है, 127.8 पिकोमीटर, जो कि सिंगल ते डबल बॉन्ड दोनों दे विच विचाले जे है, ठीक है। तो ये है स्ट्रक्चर ऑफ ओजोन। अच्छा हुण आपां ने हाँ जी हुण आपां ने ओजोन की सारी जो स्टोरी है वो डिस्कस कर ली है। हुण तुसीं की करना है, तुसीं ओजोन की जो लेयर बनी हुई है अपने एटमोसफेयर दे विच, ठीक है, उसकी डिप्लैशन के रीजनस जो है वो तुसीं फाइंड आउट कर